ਔਰ ਇਹ ਸਾਡੇ ਇਸ ਏਰੀਆ ਦੇ ਵਿੱਚ ਪਹਿਲਾ ਮਲਟੀ ਲੇਜ਼ਰ ਸੀ ਜਿਹਨੇ ਸਾਰੇ ਲੋਕਾਂ ਨੂੰ ਅਟਰੈਕਟ ਕੀਤਾ। ਆਮ ਲੇਜ਼ਰ ਤੋਂ ਲੋਕ ਹਟ ਕੇ ਡਾਇਰੈਕਟ ਇਹਦੇ ਤੇ ਆਏ ਕਿ ਇਹਦੀ ਵਰਕਿੰਗ ਐਫੀਸ਼ੀਐਂਸੀ ਜਿਹੜੀ ਹੈ ਉਹ ਬਹੁਤ ਅੱਛੀ ਹੈ। ਜਦੋਂ ਫੀਲਡ ਦੇ ਵਿੱਚ ਇਹਦੀ ਐਫੀਸ਼ੀਐਂਸੀ ਆ ਕੇ ਵੇਖੀਏ, ਇਹਦੀ ਵਰਕਿੰਗ ਐਕਟੀਵਿਟੀ ਵੇਖੀਏ, ਤੇ ਫਿਰ ਮੈਨੂੰ ਮਹਿਸੂਸ ਹੋਇਆ ਕਿ ਇਹ ਪੈਸੇ ਜਿਹੜੇ ਨੇ ਉਹ ਜ਼ਾਇਆ ਨਹੀਂ ਹੋਏ, ਸਾਡੇ ਐਗਜ਼ੈਕਟ ਸਹੀ ਤਰੀਕੇ ਨਾਲ ਪੈਸੇ ਜਿਹੜੇ ਨੇ ਉਹ ਖਰਚ ਹੋਏ ਨੇ। ਦੂਸਰਾ ਜਿਹੜਾ ਬੈਨੀਫਿਟ ਜਿਹੜਾ ਉਹ ਸਾਨੂੰ ਫੀਲਡ 'ਚ ਨਜ਼ਰ ਆਇਆ ਹੈ, ਜਿੱਥੇ ਇਹ ਲੇਜ਼ਰ ਚੱਲਦਾ ਪਿਆ ਹੋਵੇ ਉੱਥੇ ਆਮ ਲੇਜ਼ਰ ਅਗਰ 5 ਵੀ ਚੱਲਦੇ ਪਏ ਹੋਣ ਤੇ ਲੋਕ ਇਹਨੂੰ ਪ੍ਰੈਫਰ ਕਰਦੇ ਨੇ। ਉਹ ਕਹਿੰਦੇ ਨੇ ਵੀ ਇਹ ਜ਼ਿਆਦਾ ਬਿਹਤਰ ਤਰੀਕੇ ਨਾਲ ਕੰਮ ਕਰਦਾ। ਦੋਸਤ ਖਰੀਦਣਾ ਚਾਹੁੰਦਾ ਤੇ ਮੈਂ ਪ੍ਰੈਫਰ ਕਰਾਂਗਾ ਕਿ ਉਹ ਮਲਟੀ ਲੇਜ਼ਰ ਵਾਲਿਆਂ ਕੋਲ ਡਾਇਰੈਕਟ ਜਾਵੇ। ਕਿਸੇ ਜਗ੍ਹਾ ਤੇ ਵੀ ਨਾ ਪੈਸੇ ਦੀ ਟੈਨਸ਼ਨ ਲੈਣ ਦੀ ਜ਼ਰੂਰਤ ਹੈ ਵੀ ਅਸੀਂ ਜ਼ਿਆਦਾ ਇਨਵੈਸਟ ਕਰ ਰਹੇ ਹਾਂ, ਤੇ ਨਾ ਹੀ ਪਾਰਟੀ ਦੇ ਹਵਾਲੇ ਨਾਲ ਕੋਈ ਜਿਹੜਾ ਨਾ ਮਿਸਕਮਿਟਮੈਂਟ ਦੇ ਹਵਾਲੇ ਨਾਲ। ਮੈਂ 3 ਮਹੀਨੇ ਹੋ ਗਏ ਨੇ ਜਦੋਂ ਵੀ ਫੋਨ ਕੀਤਾ ਜਿਸ ਵੀ ਲੈਵਲ ਤੇ ਉਹਨਾਂ ਨੂੰ ਪੁੱਛਿਆ ਵੀ ਯਾਰ ਸਾਨੂੰ ਇੱਥੇ ਪ੍ਰੋਬਲਮ ਆ ਰਿਹਾ, ਜਾਂ ਡਾਇਰੈਕਟ ਟੀਮ ਆਈ ਉਹਨਾਂ ਦੀ ਇੱਥੇ, ਤੇ ਜਾਂ ਸਾਨੂੰ ਉੱਥੇ ਬੈਠੇ ਹੀ ਉਹਨਾਂ ਜਿਹੜਾ ਨਾ ਉਹ ਡੀਲ ਕਰਕੇ ਤੇ ਉਹ ਸਾਡੀ ਸੈਟਿੰਗ ਜਿਹੜੀ ਉਹ ਕਰਾਈ ਹੈ। अस्सलाम वालेकुम दोस्तों, अपना चैनल पीके यूट्यूब चैनल खुश आमदीद दोस्तों। अज असीं मौजूद हाँ जी ज़िला कसूर, ते भाई हुणी साडे नाल मौजूद ने जिहड़े इत्थों फार्म के मालक ने। इन्हां नाल गलबात करते हैं जी लेज़र बारे, इन्हां दी की राय है। तकरीबन काफ़ी देर तो है इधर इन्हां दे फार्म दे उत्ते लेज़र चल रहे हैं। एक लेज़र इन्हां इलाके 'च आया, इस तो इन्हां नाल वेख के एक होर लेज़र आ गया। बाकी इन्हां नाल गलबात करते हैं। अस्सलाम वालेकुम जी। वालेकुम सलाम। सरदार जी की हाल है? ठीक ठाक हो जी, अल्लाह दा फजल, सब खैरियत। सरदार जी की नाम है अपना? सरदार मोहम्मद फारूक एडवोकेट मेरा नाम है जी। जी जी। जमशेर खुर्द तहसील चूनिया ज़िला कसूर मेरा रेजिडेंशियल एड्रैस है। ठीक हो गया। अच्छा सरदार साहब, ਤੁਸੀਂ ਆਪਣੇ ਲੇਜ਼ਰ ਬਾਰੇ ਪਹਿਲਾਂ ਤਾਂ ਅਸੀਂ ਗੱਲ ਕਰਨੀ ਹੈ। ਲੇਜ਼ਰ ਕਦੋਂ ਤੋਂ ਆਪਣੇ ਇਲਾਕੇ ਚੱਲ ਰਿਹਾ ਮਲਟੀ ਲੇਜ਼ਰ ਵਾਲਿਆਂ ਦਾ? ਮਲਟੀ ਲੇਜ਼ਰ ਵਾਲਿਆਂ ਦਾ ਮੈਨੂੰ ਲਿਆਂਦੇ ਨੂੰ ਜੀ ਤਕਰੀਬਨ ਕੋਈ 4 ਕੁ ਮਾਹ ਹੀ ਹੋਏ ਨੇ। ਜੀ ਜੀ। ਇਸ ਤੋਂ ਪਹਿਲੇ ਆਮ ਸਾਦਾ ਲੇਜ਼ਰ ਜਿਹੜੇ ਨੇ ਉਹ ਸਾਰੇ ਮੈਂ ਆਪਦੇ ਓਵਰਆਲ ਰਕਬੇ 'ਚ ਜਿਹੜਾ ਹੈ ਨਾ ਉਹ ਕਰਵਾਉਂਦਾ ਸੀ। ਠੀਕ ਹੋ ਗਿਆ। ਲੇਕਿਨ ਮੈਂ ਜਦੋਂ ਇਹਨਾਂ ਦੀ ਐਡਵਰਟਾਈਜ਼ਮੈਂਟ ਵੇਖੀ, ਇਹਨਾਂ ਦਾ ਵਰਕਿੰਗ ਵੇ ਵੇਖਿਆ, ਤੇ ਉਸ ਤੋਂ ਬਾਅਦ ਮੈਂ ਜਿਹੜਾ ਨਾ ਉਹਦੇ ਤੋਂ ਮੁਤਾਸਰ ਹੋ ਕੇ ਫਿਰ ਦੀਪਾਲਪੁਰ ਪਹੁੰਚਿਆ। ਜੀ ਜੀ। ਉੱਥੋਂ ਜਾ ਕੇ ਫਿਰ ਮੈਂ ਜਿਹੜਾ ਹੈ ਨਾ ਉਹ ਆਪਣੇ ਲਈ ਆਰਡਰ ਕੀਤਾ। ਠੀਕ ਹੋ ਔਰ ਇਹ ਸਾਡੇ ਇਸ ਏਰੀਆ ਦੇ ਵਿੱਚ ਪਹਿਲਾ ਮਲਟੀ ਲੇਜ਼ਰ ਸੀ ਜਿਹਨੇ ਸਾਰੇ ਲੋਕਾਂ ਨੂੰ ਅਟਰੈਕਟ ਕੀਤਾ। ਆਮ ਲੇਜ਼ਰ ਤੋਂ ਲੋਕ ਹਟ ਕੇ ਡਾਇਰੈਕਟ ਇਹਦੇ ਤੇ ਆਏ ਕਿ ਇਹਦੀ ਵਰਕਿੰਗ ਐਫੀਸ਼ੀਐਂਸੀ ਜਿਹੜੀ ਹੈ ਉਹ ਬਹੁਤ ਅੱਛੀ ਹੈ। ਜਦੋਂ ਸ਼ੁਰੂ ਤੇ ਪਹਿਲੇ ਮੈਂ 14 ਲੱਖ ਰੁਪਇਆ ਜਦੋਂ ਭਰ ਕੇ ਆਇਆ, ਉਦੋਂ ਮੈਨੂੰ ਮਹਿਸੂਸ ਹੁੰਦਾ ਸੀ ਕਿ ਯਾਰ ਕਿੱਥੇ 6 ਲੱਖ ਤੇ ਕਿੱਥੇ 14 ਲੱਖ, ਤੇ ਕਿਤੇ ਫਰਾਡ ਤੇ ਨਹੀਂ ਹੋ ਗਿਆ। ਲੇਕਿਨ ਜਦੋਂ ਫੀਲਡ ਦੇ ਵਿੱਚ ਇਹਦੀ ਐਫੀਸ਼ੀਐਂਸੀ ਆ ਕੇ ਵੇਖੀਏ, ਇਹਦੀ ਵਰਕਿੰਗ ਐਕਟੀਵਿਟੀ ਵੇਖੀਏ, ਤੇ ਫਿਰ ਮੈਨੂੰ ਮਹਿਸੂਸ ਹੋਇਆ ਕਿ ਇਹ ਪੈਸੇ ਜਿਹੜੇ ਨੇ ਉਹ ਜ਼ਾਇਆ ਨਹੀਂ ਹੋਏ, ਸਾਡੇ ਐਗਜ਼ੈਕਟ ਸਹੀ ਤਰੀਕੇ ਨਾਲ ਪੈਸੇ ਜਿਹੜੇ ਨੇ ਉਹ ਖਰਚ ਹੋਏ ਨੇ। ਦੂਸਰਾ ਜਿਹੜਾ ਬੈਨੀਫਿਟ ਜਿਹੜਾ ਉਹ ਸਾਨੂੰ ਫੀਲਡ 'ਚ ਨਜ਼ਰ ਆਇਆ ਹੈ, ਜਿੱਥੇ ਇਹ ਲੇਜ਼ਰ ਚੱਲਦਾ ਪਿਆ ਹੋਵੇ ਉੱਥੇ ਆਮ ਲੇਜ਼ਰ ਅਗਰ 5 ਵੀ ਚੱਲਦੇ ਪਏ ਹੋਣ ਤੇ ਲੋਕ ਇਹਨੂੰ ਪ੍ਰੈਫਰ ਕਰਦੇ ਨੇ। ਉਹ ਕਹਿੰਦੇ ਨੇ ਵੀ ਇਹ ਜ਼ਿਆਦਾ ਬਿਹਤਰ ਤਰੀਕੇ ਨਾਲ ਕੰਮ ਕਰਦਾ ਹੈ। ਮੇਰੇ ਆਪਣੇ ਖੇਤ ਦੇ ਵਿੱਚ ਮੈਂ ਓਵਰਆਲ ਵੇਖਿਆ ਸੀ, ਸ਼ੁਰੂ ਤੋਂ ਲੈ ਕੇ ਹੀ ਜਿਹੜਾ ਹੈ ਨਾ ਉਹ ਆਮ ਲੇਜ਼ਰ ਕਰਵਾਉਂਦੇ ਆ ਰਹੇ ਸੀ। ਸਾਈਡਾਂ ਤੇ ਵਟਾਂ ਵਾਲੀ ਸਾਈਡ ਤੇ ਜਿਹੜਾ ਹੈ ਨਾ ਸਾਰੀ ਦੀ ਸਾਰੀ ਜ਼ਮੀਨ ਉੱਚੀ ਰਹਿ ਜਾਂਦੀ ਸੀ। ਜਦੋਂ ਵੀ ਫਸਲ ਕਾਸ਼ਤ ਕਰੀ ਦੀ ਸੀ ਪਾਣੀ ਦਾ ਪ੍ਰੋਬਲਮ ਜਿਹੜਾ ਹੈ ਨਾ ਉਹ ਬਹੁਤ ਜ਼ਿਆਦਾ ਆਉਂਦਾ ਸੀ। ਲੇਕਿਨ ਇਹਦੀ ਐਫੀਸ਼ੀਐਂਸੀ ਉਸ ਹਵਾਲੇ ਨਾਲ ਜਿਹੜਾ ਹੈ ਨਾ ਉਹ ਬਹੁਤ ਬਿਹਤਰੀਨ ਆਈ ਹੈ। ਇਹ ਸਾਈਡਾਂ ਨੂੰ ਬਹੁਤ ਬਿਹਤਰੀਨ ਤਰੀਕੇ ਨਾਲ ਲੈਵਲ ਕਰਦਾ ਹੈ। ਬਿਲਕੁਲ ਬਿਲਕੁਲ। ਇੱਕ ਇਹਦੀ ਮੇਨ ਚੀਜ਼ ਜਿਹੜੀ ਸਾਨੂੰ ਨਜ਼ਰ ਆਈ ਹੈ, ਇਹਦੇ ਟਾਇਰਾਂ ਦੀ ਜਿਹੜੀ ਫਲੈਕਸੀਬਿਲਿਟੀ ਹੈ, ਇਹ ਜਗ੍ਹਾ ਤੇ ਖੱਡੇ ਨਹੀਂ ਬਣਾਉਂਦਾ, ਸਾਰੇ ਓਵਰਆਲ ਲੈਵਲ ਨੂੰ ਜਿਹੜਾ ਹੈ ਨਾ ਉਹ ਬਿਹਤਰੀਨ ਤਰੀਕੇ ਨਾਲ ਕਰਦਾ ਹੈ। ਫਿਰ ਤੁਸੀਂ ਦੇਖ ਰਹੇ ਹੋ ਉਹਦੇ 3 ਏਕੜ ਦਾ ਫੀਲਡ ਹੈ ਜਿੱਥੇ ਇਹ ਜਿਹੜਾ ਹੈ ਨਾ ਉਹ ਚੱਲਦਾ ਰਿਹਾ ਹੈ, ਤੇ ਜਿੱਥੇ ਉਹ ਲੈਵਲ ਕਰ ਰਿਹਾ ਸੀ 3 ਘੰਟੇ 'ਚ ਇਹ ਉਹਨੂੰ 2 ਘੰਟੇ ਤੇ ਲਿਆ ਰਿਹਾ। ਯਾਨੀ ਮਿੱਟੀ ਵੀ ਜ਼ਿਆਦਾ ਜਿਹੜਾ ਹੈ ਨਾ ਉਹ ਫੀਲਡ ਦੇ ਵਿੱਚ ਅਫੋਰਡ ਕਰਦਾ ਹੈ, ਕਿਉਂਕਿ ਇਹਦਾ ਬਲੇਡ ਜਿਹੜਾ ਹੈ ਉਹ ਜ਼ਿਆਦਾ ਉੱਚਾ ਵੀ ਹੈ ਤੇ ਇਹਦਾ weight ਵੀ ਜ਼ਿਆਦਾ ਹੈ। ਇਹ ਉਸ ਤਰ੍ਹਾਂ ਜਿਹੜਾ ਹੈ ਨਾ ਅਪ ਐਂਡ ਡਾਊਨ ਜਿਹੜਾ ਹੈ ਉਹ ਲੈਵਲਿੰਗ ਨਹੀਂ ਕਰਦਾ, ਬਿਲਕੁਲ ਐਕੂਰੇਟ ਤਰੀਕੇ ਨਾਲ ਚੱਲਦਾ। ਬਿਲਕੁਲ ਬਿਲਕੁਲ, ਕਿਉਂਕਿ ਇਹਦਾ ਢਾਂਚਾ ਹੀ ਇਸ ਕਿਸਮ ਦਾ ਇਹਨਾਂ ਬਣਾਇਆ ਨਾ, ਬਣਾਵਟ ਜੀ ਬਿਲਕੁਲ। ਤੇ ਜਿੱਦਾਂ ਮਤਲਬ ਟਰੈਕਟਰ ਤੇ ਇੰਨਾ ਲੋਡ ਨਹੀਂ ਪੈਂਦਾ ਤੇ ਜ਼ਿਆਦਾ ਮਿੱਟੀ ਖਿੱਚ ਕੇ ਬਿਲਕੁਲ ਟਰੈਕਟਰ ਜਿਹੜਾ ਲੋਡ ਬਿਲਕੁਲ ਬਰਦਾਸ਼ਤ ਨਹੀਂ ਕਰਦਾ। ਸਾਡੇ ਕੋਲ 385 ਹੈ, ਅਸੀਂ 260 ਤੇ ਵੀ ਚਲਾ ਕੇ ਵੇਖਿਆ ਜੀ ਜੀ। ਲੇਕਿਨ ਦੋਵੇਂ ਟਰੈਕਟਰ ਜਿਹੜੇ ਨੇ ਉਹਨੂੰ ਬੜੇ ਬਿਹਤਰੀਨ ਤਰੀਕੇ ਨਾਲ ਜਿਹੜਾ ਹੈ ਨਾ ਉਹ ਹੈਂਡਲ ਕਰਦੇ ਨੇ ਔਰ ਸਹੀ ਚਲਾਉਂਦੇ ਨੇ। ਕੋਈ ਵੀ ਟਰੈਕਟਰ ਜਿਹੜਾ ਹੈ ਨਾ ਲੋਡ ਬਰਦਾਸ਼ਤ ਨਹੀਂ ਕਰਦਾ। ਤੇ 260 ਤੇ ਵੀ ਤੁਸੀਂ ਚਲਾਉਂਦੇ ਰਹੇ ਹੋ? 260 ਤੇ ਵੀ ਅਸੀਂ ਚਲਾ ਕੇ ਵੇਖਿਆ ਔਰ ਸੇਮ ਉਸੇ ਤਰੀਕੇ ਨਾਲ ਹੀ ਚੱਲਿਆ। ਠੀਕ ਹੋ ਗਿਆ। ਤੇ ਆਪਣਾ ਇਲਾਕਾ ਮਤਲਬ 3 ਏਕੜ ਦਾ ਪਲਾਟ ਹੈ? ਇਹ 3 ਏਕੜ ਦਾ ਪਲਾਟ ਹੈ। ਸਾਡੀ ਜਿਹੜੀ ਆਮ ਲੈਵਲ ਜਿਹੜਾ ਅਸੀਂ ਸ਼ੁਰੂ ਤੋਂ ਕਰਵਾ ਰਹੇ ਸੀ, ਉਦੋਂ ਤਾਂ ਸਾਡੇ ਜ਼ਿਹਨ 'ਚ ਇਹ ਸੀ ਕਿ ਤਕਰੀਬਨ ਕੋਈ ਜਿਹੜਾ ਹੈ ਨਾ ਉਹ 3 ਘੰਟੇ ਲਵੇਗਾ, ਲੇਕਿਨ ਇਹ ਮੈਕਸਿਮਮ 2 ਘੰਟੇ ਜਿਹੜਾ ਹੈ ਨਾ ਉਹ ਕਲੀਅਰ ਹੋ ਗਿਆ। ਇਹਦਾ ਮਤਲਬ ਹੈ ਕਿ ਇਹਦੀ ਵਰਕਿੰਗ ਐਫੀਸ਼ੀਐਂਸੀ ਜਿਹੜੀ ਹੈ ਆਮ ਕਿਰਾਏ ਦੀ ਨਿਸਬਤ ਉਹ ਜ਼ਿਆਦਾ ਬਿਹਤਰ। ਤੁਸੀਂ ਇਸ ਤੋਂ ਪਹਿਲਾਂ ਕਦੋਂ ਤੋਂ ਲੇਜ਼ਰ ਕਰਵਾ ਰਹੇ ਹੋ? ਤਕਰੀਬਨ ਹੁਣ ਤਾਂ ਤੁਸੀਂ ਦੱਸਿਆ ਨਾ ਕਿ 4 ਮਹੀਨੇ ਹੋਏ ਤੁਸੀਂ ਲਿਆ। 2001 ਤੋਂ ਲੈ ਕੇ ਜਿਹੜਾ ਹੈ ਨਾ ਉਹ ਇਸ ਫੀਲਡ ਵਿੱਚ ਐਕਟਿਵ ਹੋਇਆ ਜ਼ਿਮੀਂਦਾਰੀ 'ਚ। ਪਹਿਲੇ ਮੇਰੇ ਭਾਈ ਕਰਦੇ ਸੀ। 2001 ਤੋਂ ਲੈ ਕੇ ਮੈਂ ਜਿਹੜਾ ਹੈ ਨਾ ਉਹ ਲੈਵਲਿੰਗ ਕਰਵਾ ਰਿਹਾ ਸੀ, ਲੇਕਿਨ ਅਸੀਂ ਕਿਸੇ ਵੀ ਕਿਰਾਏ ਤੇ ਜਿਹੜਾ ਨਾ ਡਾਇਰੈਕਟ ਮੁਤਮਿਨ ਨਹੀਂ ਹੁੰਦੇ ਸੀ। ਜਦੋਂ ਅਸੀਂ ਬਾਹਰ ਦੇਖਦੇ ਸਾਂ ਇੰਟਰਨੈਸ਼ਨਲ ਲੈਵਲ ਦੇ ਲੈਵਲਿੰਗ ਨੂੰ ਤੇ ਸਾਡੀ ਲੈਵਲਿੰਗ ਨੂੰ,
ਉਹ ਤੋਂ ਅਸੀਂ ਬੜੇ ਫਿਰ ਕਨਫਿਊਜ਼ ਹੁੰਦੇ ਸਾਂ ਹੂੰ ਤੇ ਜਦੋਂ ਮੈਂ ਮਲਟੀ ਲੇਜ਼ਰ ਵਾਲਿਆਂ ਦਾ ਜਿਹੜਾ ਲੇਜ਼ਰ ਦੇਖਿਆ ਐਡਵਰਟਾਈਜ਼ ਇਹਨਾਂ ਦੀ ਦੇਖੀ ਮੈਂ ਬੜਾ ਮੁਤਾਸਰ ਹੋਇਆ ਕਿ ਮੈਂ ਇਹਦੇ ਚ ਵਾਕਈ ਕੋਈ ਜਾਨ ਨਜ਼ਰ ਆਉਂਦੀ ਹੈ। ਹੂੰ ਵਕਤੀ ਤੌਰ ਤੇ ਬੜਾ ਝਟਕਾ ਲੱਗਿਆ ਕਿ 14 ਲੱਖ ਰੁਪਏ ਜਿਹੜਾ ਹੈ ਨਾ ਉਹ ਬੜਾ ਜ਼ਿਆਦਾ ਹੈ, ਆਮ ਫੀਲਡ 'ਚ 5-6 ਲੱਖ ਰੁਪਏ 7 ਲੱਖ ਰੁਪਏ ਦਾ ਮਿਲਦਾ ਪਿਆ। ਲੇਕਿਨ ਹੁਣ ਜਦੋਂ ਇਹਦੀ ਵਰਕਿੰਗ ਐਫੀਸ਼ੀਐਂਸੀ ਆ ਕੇ ਵੇਖੀਏ ਇਹ ਮਾਸ਼ਾਅੱਲਾ ਬਿਹਤਰੀਨ ਹੈ। ਮੈਂ ਇਹਦੇ ਤੋਂ 100% ਜਿਹੜਾ ਹੈ ਨਾ ਮੁਤਮਿਨ ਹਾਂ, ਬਲਕਿ ਈਵਨ ਕਿ ਸਾਡੇ ਇਲਾਕੇ ਵਿੱਚ ਜਿਹੜਾ ਹੈ ਨਾ ਹੁਣ ਅਗਰ ਮੈਂ ਅਫੋਰਡ ਕਰ ਸਕਦਾ ਹਾਂ ਤੇ ਮਜ਼ੀਦ ਵੀ ਜਿਹੜਾ ਹੈ ਨਾ ਇੱਕ ਲੇਜ਼ਰ ਹੋਵੇ ਤੇ ਉਹ ਵੀ ਜਿਹੜਾ ਹੈ ਨਾ ਉਹ ਇੱਥੇ ਐਕਟਿਵ ਹੋ ਸਕਦਾ ਹੈ। ਅੱਛਾ ਸਰਦਾਰ ਜੀ ਆਪਣਾ ਕਿੰਨਾ ਰਕਬਾ ਹੈ ਇੱਥੇ? ਮੇਰੇ ਕੋਲ ਜੀ 2 ਮਰਬੇ ਰਕਬਾ ਹੈ ਜ਼ਾਤੀ ਤੌਰ ਤੇ। ਠੀਕ ਹੈ, ਨਾਲ ਠੇਕੇ ਤੇ ਵੀ ਕਰਦੇ ਹੋ? ਨਹੀਂ ਠੇਕੇਦਾਰ ਨਹੀਂ ਕਰਦੇ, ਛੋਟੀ ਮੋਟੀ ਜ਼ਮੀਨਾਂ ਜਿਹੜੀਆਂ ਨੇ ਵਿੱਚ ਆਮ ਲੋਕਾਂ ਦੀ ਅਗਰ ਆ ਜਾਵਣ ਤੇ ਉਹ ਆ ਜਾਂਦੀਆਂ ਨੇ, ਅਦਰਵਾਈਜ਼ ਅਸੀਂ ਆਪਦਾ ਹੀ ਰਕਬਾ ਜਿਹੜਾ ਹੈ ਨਾ ਉਹ ਕਾਸ਼ਤ ਕਰਦੇ ਹਾਂ। ਤੇ ਕਿੰਨੇ ਟਰੈਕਟਰ ਰੱਖੇ ਆਪਣੇ ਕੋਲ? ਮੇਰੇ ਕੋਲ 2 ਟਰੈਕਟਰ ਨੇ ਜੀ। ਆ ਦੋਵੇਂ ਪਿੱਛੇ ਆਪਣੇ ਖੜੇ ਨੇ? ਨਹੀਂ ਦੋਵੇਂ ਟਰੈਕਟਰ ਆਪਣੇ ਹੀ ਨੇ, ਉਹ ਲੇਜ਼ਰ ਵੀ ਆਪਣਾ ਹੀ ਹੈ, ਅੱਛਾ ਆ ਵੀ ਆਪਣਾ ਹੀ ਹੈ, ਉਹ ਮੇਰੇ ਕਜ਼ਨ ਦਾ ਹੈ। ਠੀਕ ਹੈ ਜੀ। ਉਹ ਅਸੀਂ ਚੁੱਕਿਆ ਕੰਮ ਜ਼ਿਆਦਾ ਸੀ ਹਾਂ ਤੇ ਉਹਨੂੰ ਵਕਤੀ ਤੌਰ ਤੇ ਜਿਹੜਾ ਹੈ ਨਾ ਅਸੀਂ ਲੈ ਕੇ ਆਏ ਸੀ। ਅੱਛਾ ਤੇ ਤੁਸੀਂ ਕਜ਼ਨ ਨੇ ਵੀ ਤੁਹਾਡੇ ਵੱਲ ਦੇਖ ਕੇ ਇਹ ਲਿਆ? ਜੀ ਬਿਲਕੁਲ, ਸਾਡੇ ਤੋਂ ਮੋਟੀਵੇਟ ਹੋ ਕੇ ਜਿਹੜਾ ਹੈ ਨਾ ਉਹ ਜਾ ਕੇ ਲੈ ਕੇ ਆਇਆ ਕਿ ਇਹ ਜਿਹੜਾ ਹੈ ਨਾ ਬਹੁਤ ਅੱਛਾ ਕੰਮ ਕਰਦਾ ਹੈ, ਲਿਹਾਜ਼ਾ ਮੈਂ ਵੀ ਇਹੀ ਲੈ ਕੇ ਆਵਾਂਗਾ। ਮੈਂ ਫਿਰ ਉਹਨੂੰ ਪ੍ਰੈਫਰ ਕੀਤਾ, ਮੈਂ ਕਿ ਤੁਸੀਂ ਜਿਹੜਾ ਹੈ ਨਾ ਇਹਨਾਂ ਕੋਲ ਹੀ ਜਾਓ, ਇਹ ਬਿਹਤਰੀਨ ਜਿਹੜਾ ਹੈ ਨਾ ਕੰਮ ਕਰਦੇ ਨੇ। ਲਿਹਾਜ਼ਾ ਸਾਡੇ ਤੋਂ ਠੀਕ 3 ਹਫ਼ਤੇ ਬਾਅਦ ਜਿਹੜਾ ਹੈ ਨਾ ਉਹ ਫਿਰ ਉਹ ਲੇਜ਼ਰ ਆ ਗਿਆ ਸੀ ਅਗਲਾ। ਅੱਛਾ ਸਰਦਾਰ ਜੀ ਮਜ਼ੀਦ ਇਹ ਦੱਸੋ ਕਿ ਇਹ ਜਿਹੜਾ ਪੁਰਾਣਾ ਲੇਜ਼ਰ ਸੀ ਹਾਂਜੀ ਤੇ ਉਹਦੇ ਕੋਲ ਜਾਨ ਛਡਾ ਲਈ ਫਿਰ ਹੁਣ ਹੱਥ? ਜੀ ਬਿਲਕੁਲ, ਉਸ ਤੋਂ ਬਾਅਦ ਤਾਂ ਅਸੀਂ ਬਿਲਕੁਲ ਨਹੀਂ, ਈਵਨ ਕਿ ਮੇਰੇ ਇਲਾਕੇ 'ਚ ਨਹੀਂ ਕੋਈ ਉਹ ਕਰਵਾਉਂਦਾ। ਅੱਛਾ ਮੇਰੇ ਇਸ ਇਰਦ ਗਿਰਦ 3 ਤੋਂ 4 ਜਿਹੜੇ ਨੇ ਉਹ ਲੈਵਲ ਨੇ ਅੱਛਾ ਅੱਛਾ ਕਰਾ ਨੇ, ਲੇਕਿਨ ਕੋਈ ਬੰਦਾ ਉਹਨਾਂ ਨੂੰ ਪ੍ਰੈਫਰ ਨਹੀਂ ਕਰਦਾ। ਹਰ ਬੰਦਾ ਜਿਹੜਾ ਹੈ ਨਾ ਉਹ ਸਾਨੂੰ ਕਹਿੰਦਾ ਹੈ ਕਿ ਤੁਸੀਂ ਜਿਹੜਾ ਹੈ ਨਾ ਸਾਨੂੰ ਕਰ ਦਿਓ ਕੰਮ ਜੀ। ਯਾਨੀ ਕਿ ਤੁਸੀਂ ਆਪਣੇ ਇਲਾਕੇ ਦੇ ਵਿੱਚ ਵੀ ਕਿਰਾਏ ਤੇ ਵੀ ਕਰਾਉਂਦੇ? ਬਿਲਕੁਲ, ਮੇਰਾ ਸਾਡਾ ਅਲਸ਼ੋਏਬ ਜ਼ਰੀ ਮਰਕਜ਼ ਦਾ ਜਿਹੜਾ ਹੈ ਨਾ ਉਹ ਸਾਡਾ ਇੱਕ ਮਾਟੋ ਸੀ ਹਾਂ ਕਿ ਮੈਂ ਜ਼ਿਮੀਦਾਰੇ ਦੇ ਹਵਾਲੇ ਨਾਲ तमाम ਜਿੰਨੇ ਵੀ ਇੰਸਟਰੂਮੈਂਟ ਨੇ, ਜਿੰਨੇ ਵੀ ਹਾਲਾਤ ਨੇ, ਉਹਨੂੰ ਫੀਲਡ ਵਿੱਚ ਜਿਹੜਾ ਹੈ ਨਾ ਲੋਕਾਂ ਨੂੰ ਆਮ ਸਸਤੇ ਰੇਟ ਤੇ ਅਵੇਲੇਬਲ ਕਰਾਂਗਾ। ਹਾਂ ਇਹ ਉਹਦਾ ਹੀ ਇੱਕ ਪ੍ਰੋਜੈਕਟ ਸੀ ਕਿ ਅਸੀਂ ਇਹ ਲੈ ਕੇ ਆਏ। ਉਸ ਤੋਂ ਬਾਅਦ ਜਿਹੜਾ ਹੈ ਨਾ ਅਸੀਂ ਇਨਸ਼ਾਅੱਲਾ ਹੁਣ ਜਿਹੜਾ ਹੈ ਨਾ ਉਹ ਅਗਲੇ ਜਿਹੜਾ ਹੈ ਨਾ ਉਹ ਇੰਸਟਰੂਮੈਂਟ ਤੇ ਜਾਵਾਂਗੇ। ਜਿਸ ਤਰ੍ਹਾਂ ਤੁਸੀਂ ਦੱਸਿਆ ਸਸਤੇ ਰੇਟ ਤੇ ਐਫੀਸ਼ੀਐਂਸੀ ਵੀ ਜ਼ਿਆਦਾ? ਹਾਂ ਐਫੀਸ਼ੀਐਂਸੀ ਵੀ ਜ਼ਿਆਦਾ, ਹਾਂਜੀ ਟਾਈਮ ਵੀ ਥੋੜਾ ਹਾਂ ਔਰ ਬਿਹਤਰੀਨ ਤਰੀਕੇ ਨਾਲ ਜਿਹੜਾ ਹੈ ਨਾ ਉਹ ਕੰਮ। ਹਾਂ ਬਾਕੀ ਸਰਦਾਰ ਸਾਹਿਬ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਆਖਰੀ 1-2 ਕਮੈਂਟ ਤੁਸੀਂ ਦੱਸਣਾ ਹੈ, ਟਰੈਕਟਰਾਂ ਬਾਰੇ ਦੱਸਣਾ। ਗ੍ਰੀਨ ਟਰੈਕਟਰ ਆਪਣੇ ਸਕੀਮ ਚੋਂ ਨਿਕਲਿਆ ਜੀ? ਜੀ ਸਕੀਮ ਚੋਂ ਨਿਕਲਿਆ ਸੀ ਗ੍ਰੀਨ ਟਰੈਕਟਰ ਮੇਰਾ। ਕਈ ਜ਼ਿਮੀਂਦਾਰਾਂ ਦੇ ਕੋਈ ਫੀਡਬੈਕ ਹੁੰਦੇ ਨੇ ਗ੍ਰੀਨ ਟਰੈਕਟਰ ਹਲਕੇ ਹੁੰਦੇ ਨੇ, ਤੁਹਾਡੀ ਇਸ ਬਾਰੇ ਕੀ ਰਾਏ? ਨਹੀਂ ਨਹੀਂ, ਇਹ ਬਿਲਕੁਲ ਮੇਰੇ ਕੋਲ ਸ਼ੁਰੂ ਤੋਂ ਲੈ ਕੇ 85 ਹੀ ਤਕਰੀਬਨ ਜਿਹੜਾ ਹੈ ਨਾ ਉਹ ਟਰੈਕਟਰ ਚੱਲਦਾ ਰਿਹਾ। ਇਹ ਬਿਲਕੁਲ ਸੇਮ ਉਹਦੇ ਨਾਲ ਹੀ ਜਿਹੜਾ ਹੈ ਨਾ ਕੋਈ ਐਸਾ ਜਿਹੜਾ ਹੈ ਨਾ ਫਰਕ ਮੈਨੂੰ ਨਹੀਂ ਨਜ਼ਰ ਆਇਆ, ਬਲਕਿ ਅਸੀਂ ਤਾਂ ਉਹਦੇ ਨਾਲੋਂ ਵੀ ਇਹਨੂੰ ਜਿਹੜਾ ਹੈ ਨਾ ਉਹ ਬਿਹਤਰ ਪਾਇਆ। ਅੱਛਾ ਅੱਛਾ ਹਾਂ ਆਖਰੀ ਗੱਲ ਇਹ ਹੈ, ਕਈ ਜ਼ਿਮੀਂਦਾਰ ਆਪਣੀ ਜ਼ਮੀਨਾਂ ਨੂੰ ਕਹਿੰਦੇ ਨੇ ਯਾਰ ਸਾਡੇ ਐਵੇਂ ਚੱਲਣ ਦਿਓ, ਹਾਂ ਲੇਜ਼ਰ ਨਹੀਂ ਕਰਵਾਉਂਦੇ, ਜੀ ਬਿਲਕੁਲ। ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੀ? ਮੈਂ ਇਹ ਕਹਾਂਗਾ ਜੀ, ਮੈਂ ਤਕਰੀਬਨ ਸਾਨੂੰ ਇਹ 3 ਮਹੀਨੇ ਜਾਂ 4 ਹੋਏ ਨੇ ਲੈ ਕੇ ਆਏ ਨੂੰ। ਹਾਂ। ਮੈਂ ਆਪਦੇ ਤਕਰੀਬਨ ਕੋਈ ਇੱਕ ਮਰਬਾ ਰਕਬਾ ਜਿਹੜਾ ਹੈ ਨਾ ਉਹ 5-5 6-6 ਹੈ, ਤੁਸੀਂ ਦੇਖ ਰਹੇ ਹੋਵੋਗੇ 5-5 6-6 ਏਕੜ ਦੇ ਡਾਇਰੈਕਟ ਫਾਰਮ ਜਿਹੜੇ ਨੇ ਉਹ ਤਿਆਰ ਕੀਤੇ ਨੇ। ਇਹਦੇ ਨਾਲ ਪਾਣੀ ਦੀ ਐਫੀਸ਼ੀਐਂਸੀ ਜਿਹੜੀ ਉਹ ਵੀ ਬਹੁਤ ਬਿਹਤਰ ਹੁੰਦੀ ਹੈ। ਹਾਂ ਥੋੜਾ ਟਾਈਮ ਲੱਗ ਕੇ ਜ਼ਿਆਦਾ ਜ਼ਮੀਨ ਜਿਹੜੀ ਹੈ ਨਾ ਉਹ ਬਿਹਤਰ ਤਰੀਕੇ ਨਾਲ ਤਿਆਰ ਹੋ ਜਾਂਦੀ ਹੈ। ਇਸ ਲਈ ਜਿਹੜਾ ਹੈ ਨਾ ਇਹ ਅਗਰ ਲੈਵਲ ਡਾਇਰੈਕਟ ਖੁਦ ਲਿਆ ਕੇ ਰੱਖਿਆ ਹੋਵੇ ਤੇ ਬੜੇ ਥੋੜੇ ਜਿਹੇ ਖਰਚੇ ਨਾਲ ਜਿਹੜਾ ਹੈ ਨਾ ਉਹ ਲੈਵਲਿੰਗ ਜ਼ਮੀਨ ਦੀ ਜਿਹੜੀ ਨਾ ਬਿਹਤਰੀਨ ਤਰੀਕੇ ਨਾਲ ਹੋ ਜਾਂਦੀ। ਨਾਲੇ ਪਾਣੀ ਦੀ ਬਚਤ ਹੋ ਜਾਂਦੀ। ਪਾਣੀ ਦੀ ਬਚਤ ਤਾਂ ਡਬਲ ਹੋਣੀ ਨਾ, ਜਦੋਂ ਫਾਰਮ ਬਣ ਜਾਂਦੇ ਨੇ ਸਾਨੂੰ ਕਾਸ਼ਤ ਕਰਨ ਵਿੱਚ ਬੜੀ ਆਸਾਨੀ ਹੋ ਜਾਂਦੀ ਔਰ ਇਹ ਆਪਦੇ ਕਰਾਹ ਨਾਲ ਹੀ ਜਿਹੜਾ ਹੈ ਨਾ ਉਹ ਬਿਹਤਰੀਨ ਤਰੀਕੇ ਨਾਲ ਕੀਤਾ ਜਾ ਸਕਦਾ। ਅੱਛਾ ਆਖਰੀ ਗੱਲ ਸਰਦਾਰ ਸਾਹਿਬ ਮਜ਼ੀਦ ਇਹ ਦੱਸ ਦਿਓ, ਜ਼ਿਮੀਂਦਾਰਾਂ ਨੂੰ ਕੀ ਫੀਡਬੈਕ ਦੇਣਾ ਚਾਹੋਗੇ ਆ ਲੇਜ਼ਰ ਬਾਰੇ? ਅਗਰ ਕੋਈ ਜ਼ਿਮੀਂਦਾਰ ਲੇਜ਼ਰ ਖਰੀਦਣਾ ਚਾਹੁੰਦਾ ਹੈ, ਮੈਂ ਅਗਰ ਕੋਈ ਦੋਸਤ ਖਰੀਦਣਾ ਚਾਹੁੰਦਾ ਹੈ ਤੇ ਮੈਂ ਪ੍ਰੈਫਰ ਕਰਾਂਗਾ ਕਿ ਉਹ ਮਲਟੀ ਲੇਜ਼ਰ ਵਾਲਿਆਂ ਕੋਲ ਡਾਇਰੈਕਟ ਜਾਵੇ। ਕਿਸੇ ਜਗ੍ਹਾ ਤੇ ਵੀ ਨਾ ਪੈਸੇ ਦੀ ਟੈਨਸ਼ਨ ਲੈਣ ਦੀ ਜ਼ਰੂਰਤ ਹੈ ਵੀ ਅਸੀਂ ਜ਼ਿਆਦਾ ਇਨਵੈਸਟ ਕਰ ਰਹੇ ਹਾਂ ਤੇ ਨਾ ਹੀ ਪਾਰਟੀ ਦੇ ਹਵਾਲੇ ਨਾਲ ਕੋਈ ਜਿਹੜਾ ਨਾ ਮਿਸ ਕਮਿਟਮੈਂਟ ਦੇ ਹਵਾਲੇ ਨਾਲ। ਮੈਂ 3 ਮਹੀਨੇ ਹੋ ਗਏ ਨੇ ਜਦੋਂ ਵੀ ਫੋਨ ਕੀਤਾ ਜਿਸ ਵੀ ਲੈਵਲ ਤੇ ਉਹਨਾਂ ਨੂੰ ਪੁੱਛਿਆ ਵੀ ਯਾਰ ਸਾਨੂੰ ਇੱਥੇ ਪ੍ਰੋਬਲਮ ਆ ਰਿਹਾ, ਜਾਂ ਡਾਇਰੈਕਟ ਟੀਮ ਆਈ ਉਹਨਾਂ ਦੀ ਇੱਥੇ ਤੇ ਜਾਂ ਸਾਨੂੰ ਉੱਥੇ ਬੈਠੇ ਹੀ ਉਹਨਾਂ ਜਿਹੜਾ ਨਾ ਉਹ ਡੀਲ ਕਰਕੇ ਤੇ ਉਹ ਸਾਡੀ ਸੈਟਿੰਗ ਜਿਹੜੀ ਇਹਨੂੰ ਕਰਾਈਏ। ਅੱਜ ਵੀ ਜਿਹੜਾ ਹੈ ਨਾ ਪੂਰੀ ਟੀਮ ਜਿਹੜੀ ਇਹਨੂੰ ਆਈ ਹੋਈ ਹੈ ਸਿਰਫ ਇਹਦੀ ਐਫੀਸ਼ੀਐਂਸੀ ਚੈੱਕ ਕਰਨ ਲਈ ਕਿ ਸਾਡੇ ਖੇਤ ਦੇ ਵਿੱਚ ਜਿਹੜਾ ਹੈ ਨਾ ਉਹ ਕਿੰਨਾ ਬਿਹਤਰ ਤਰੀਕੇ ਨਾਲ ਪ੍ਰੋਟੋਕੋਲ ਨਾਲ ਇਹ ਕੰਮ ਕਰ ਰਹੀ ਹੈ ਮਸ਼ੀਨ ਜਿਹੜੀ। ਹਾਂ ਬਾਕੀ ਸਰਦਾਰ ਸਾਹਿਬ ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ। ਦੋਸਤੋ ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਕਰ ਦੇਣੀ। ਇਨਸ਼ਾਅੱਲਾ ਮਿਲਾਂਗੇ ਨੈਕਸਟ ਵੀਡੀਓ 'ਚ। ਓਕੇ ਜੀ, ਅੱਲਾ ਹਾਫਿਜ਼ ਜੀ ਥੈਂਕ ਯੂ।